ਸਤਨਾਮ ਵਾਹਿਗੁਰੂ ਜੀਓ। ਕਿਤ ਮੁਖ ਗੁਰ ਸਾਲਾਹੀਐ, ਕਰਨ ਕਾਰਨ ਸਮਰੱਥ। ਸੇ ਮੱਥੇ ਨਿਹਚਲ ਰਹੇ, ਜਿਨ ਗੁਰ ਧਰਿਆ ਹੱਥ। ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ। ਬੋਲ ਨ ਜਾਣੇ ਮਾਇਆ ਮਦ ਮਾਤਾ, ਮਰਣਾ ਚੀਤ ਨ ਆਵੈ। ਸਤਨਾਮ ਵਾਹਿਗੁਰੂ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨੌਵਾਂ। ਦੋਹਰਾ ਬਲ ਛੁਟ ਕਿਉ ਬੰਧਨ ਪਰੇ, ਕਛੂ ਨ ਹੋਤ ਉਪਾਏ। ਕਹੋ ਨਾਨਕ ਅਬ ਓਟ ਹਾਰ, ਗਜ ਜਿਉ ਹੋ ਸਹਾਇ। ਬਲ ਛੁਟ ਕਿਉ ਬੰਧਨ ਪਰੇ, ਕਛੂ ਨ ਹੋਤ ਉਪਾਏ। ਕਹੋ ਨਾਨਕ ਅਬ ਓਟ ਹਾਰ, ਗਜ ਜਿਉ ਹੋ ਸਹਾਇ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਇ। ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ, ਜੋ ਸਾਡੇ ਉੱਪਰ ਹਮੇਸ਼ਾ ਬਖਸ਼ਾਂ ਦੀ ਰਹਿਮਤ, ਰਹਿਮਤਾਂ ਦੀ ਬਰਸਾਤ, ਆਪਣੀਆਂ ਮਿਹਰਾਂ ਲਗਾਤਾਰ ਕਰਦੇ ਆ ਰਹੇ ਹਨ, ਜਿਸ ਨਾਲ ਸਾਡੇ ਤਪਦੇ ਕਲਪਦੇ ਭਟਕਦੇ ਹੋਏ ਮਨ ਸਦਾ ਲਈ ਸ਼ਾਂਤ ਹੋ ਕੇ ਕਿਸੇ ਸੁਖਮਈ ਆਨੰਦਮਈ ਜ਼ਿੰਦਗੀ ਨੂੰ ਮਹਿਸੂਸ ਕਰਦੇ ਨੇ। ਨਾਵੇਂ ਗੁਰਦੇਵ ਪਿਤਾ ਜੀ ਨੇ ਸ਼ਲੋਕਾਂ ਵਿੱਚ ਅੱਜ ਪਹਿਲੀ ਵਾਰੀ ਸ਼ਬਦ ਵਰਤਿਆ ਦੋਹਰਾ। 53 ਤੇ 54 ਨੰਬਰ ਸ਼ਲੋਕ ਦੇ ਆਪਾਂ ਪਾਠ ਸਰਵਨ ਕੀਤਾ। ਪਹਿਲੇ ਸ਼ਲੋਕ ਤੋਂ 52 ਤੱਕ ਲਗਾਤਾਰ ਇੱਕ ਲੜੀ ਚੱਲੀ ਹੈ। ਪਹਿਲੀ ਵਾਰ ਵਿਚਕਾਰ ਇਹ ਦੋਹਰਾ ਸ਼ਬਦ ਸਤਿਗੁਰੂ ਜੀ ਨੇ ਸਿਰਲੇਖ ਅੰਕਿਤ ਕੀਤਾ ਹੈ। ਇਹ 5 ਸ਼ਲੋਕ ਦੋਹਰੇ ਤੋਂ ਬਾਅਦ ਨੇ। ਨਾਵੇਂ ਗੁਰਦੇਵ ਪਿਤਾ ਮਹਾਰਾਜ ਜੀ ਅੱਜ ਜੋ ਬਖਸ਼ਿਸ਼ ਕਰ ਰਹੇ ਨੇ, ਹੁਕਮ ਕਰ ਰਹੇ ਨੇ, ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ, ਪਰ ਪਰਮਾਤਮਾ ਦੇ ਹੱਥ ਅੰਦਰ ਸਭੋ ਕੁਛ ਹੈ। ਇਹ ਅਹਿਸਾਸ ਹੋ ਜਾਵੇ ਕਿ ਸਾਡੇ ਹੱਥ ਵਿੱਚ ਕੁਛ ਨਹੀਂ, ਪਰ ਧੰਨ ਗੁਰੂ ਨਾਨਕ ਸਾਹਿਬ ਦੇ ਹੱਥ ਅੰਦਰ ਸਭੋ ਕੁਛ ਹੈ, ਅਤੇ ਜ਼ਿੰਦਗੀ 'ਚ ਕਦੇ ਡਾਵਾਂਡੋਲ ਹੋ ਹੀ ਨਹੀਂ ਸਕਾਂਗੇ।
ਜ਼ਿੰਦਗੀ ਕਦੇ ਉਲਾਰ ਹੀ ਨਹੀਂ ਖੋਏਗੀ ਕਿਸੇ ਪਾਸੇ। ਜ਼ਿੰਦਗੀ ਜਿਉਣ ਦਾ ਇੱਕ ਸਵਾਦ ਹੀ ਵੱਖਰਾ ਹੋਏਗਾ। ਜੇਕਰ ਇਹ ਦੋ ਗੱਲਾਂ ਪੱਲੇ ਬਹਿ ਜਾਣ, ਸਾਡੇ ਹੱਥ ਵਿੱਚ ਕੀ ਹੈ। ਜੇ ਸਾਡੇ ਹੱਥ ਵਿੱਚ ਹੋਵੇ, ਅਸੀਂ ਕਦੇ ਬਚਪਨ ਤੋਂ ਜਵਾਨੀ ਅਤੇ ਬੁਢੇਪੇ ਵੱਲ ਰੋਜ਼ ਜਿਹੜਾ ਸਰੀਰ ਬਦਲ ਰਿਹਾ, ਇਹਨੂੰ ਬਦਲਣ ਤੋਂ ਰੋਕ ਲਈਏ। ਬੰਦਾ ਬਾਹਰੋਂ ਤੇ ਯਤਨ ਕਰਦਾ ਹੈ ਨਾ, ਜਵਾਨ ਹੋ ਕੇ ਕੱਪੜੇ ਬੱਚਿਆਂ ਵਾਂਗੂ ਨਿੱਕੇ ਨਿੱਕੇ ਪਾਏਗਾ, ਬੁੱਢਾ ਹੋ ਕੇ ਜਵਾਨਾਂ ਵਾਂਗੂ ਉਹੋ ਜਿਹੀ ਬਣਤਰ, ਉਹੋ ਜਿਹੇ ਰੰਗ ਢੰਗ ਬਣਾਏਗਾ, ਪਰ ਨਹੀਂ, ਅੰਦਰੋਂ ਬਦਲ ਚੁੱਕਾ ਹੈ। ਸਾਡੇ ਹੱਥ ਵਿੱਚ ਨਹੀਂ ਹੈ, ਅੱਖਾਂ ਸਾਡੇ ਹੱਥ ਵਿੱਚ ਨਹੀਂ, ਮਨ ਸਾਡੇ ਹੱਥ ਵਿੱਚ ਨਹੀਂ, ਪਿਆਰਿਓ ਰੋਜੀ ਰੋਟੀ ਸਾਡੇ ਹੱਥ ਵਿੱਚ ਨਹੀਂ। ਅਸੀਂ ਯਤਨ ਕਰਦੇ ਹਾਂ ਅਮੀਰ ਹੋਣ ਨੂੰ, ਕਈ ਵਾਰ ਵੇਖਦੇ ਹਾਂ ਅਸੀਂ ਅੱਗੇ 2 ਕਦਮ ਧਰਦੇ ਹਾਂ, ਪਰ ਮਾਇਆ ਪੱਖੋਂ 10 ਕਦਮ ਪਰਮੇਸ਼ਰ ਪਿੱਛੇ ਸੁੱਟ ਦਿੰਦਾ ਹੈ। ਕਈ ਵਾਰ ਕੁਛ ਵੀ ਥੋੜ੍ਹਾ ਜਿਹਾ ਕੋਈ ਕਰਦਾ ਹੈ ਅਤੇ ਉਹ ਕਿੰਨਾ ਅੱਗੇ ਚਲਾ ਜਾਂਦਾ ਹੈ। ਸਾਡੇ ਹੱਥ ਵਿੱਚ ਕੁਝ ਵੀ ਨਹੀਂ, ਪਰ ਸਤਿਗੁਰੂ ਜੀ ਨੇ 2 ਬਚਨ ਵਰਤੇ ਨੇ, ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਸਾਰਾ ਕੁਝ। ਬੜੇ ਪਿਆਰੇ ਬਚਨ ਜੇ ਪਿਆਰਿਓ। ਇਹ 2 ਸ਼ਲੋਕ ਹੀ ਜੇਕਰ ਹਰ ਰੋਜ਼ ਪੜ੍ਹੀ ਜਾਈਏ, ਇਹਨਾਂ ਦੇ ਅਰਥ ਭਾਵਾਂ ਵਿੱਚ ਗਵਾ ਜਾਈਏ, ਅਤੇ ਜ਼ਿੰਦਗੀ 'ਚ ਕਦੇ ਡਾਂਵਾਂ-ਡੋਲ ਹੋਣਾ ਹੀ ਨਹੀਂ। ਪਹਿਲਾ ਬਚਨ ਨੇ ਬਲ ਛੁਟਕਿਓ, ਆਪਣਾ ਬਲ ਆਪਣਾ ਤਾਕਤ ਕੰਮ ਨਾ ਕਰੇ। ਕਿਉਂਕਿ ਹਰ ਬੰਦਾ ਤਰੱਕੀ ਚਾਹੁੰਦਾ, ਬਾਹਰੋਂ ਵੀ ਉਹਦੇ ਲਈ ਜ਼ੋਰ ਲਗਾਉਂਦਾ, ਤਰੱਕੀ ਫੇਰ ਨਹੀਂ ਹੁੰਦੀ। ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਜ਼ੋਰ ਲਾਇਆ ਜਾਂਦਾ ਏ, ਤੰਦਰੁਸਤ ਨਹੀਂ ਰਹਿੰਦਾ। ਮਨ ਕਰਕੇ ਉੱਠ ਰਹੇ ਮਾੜੇ ਖਿਆਲਾਂ ਨੂੰ ਰੋਕਣਾ ਚਾਹੁੰਦਾ, ਤਾਕਤ ਲਾਉਂਦਾ, ਪਰ ਉਹ ਇਹ ਫੇਲ ਹੋ ਜਾਂਦਾ ਹੈ। ਫਿਰ ਬਲ ਵੀ ਨਹੀਂ ਕੰਮ ਕਰੇ ਅਤੇ ਬੰਧਨ, ਕਿਉਂਕਿ ਜਿਹੜੇ ਕਰਮ ਕਰਨੇ ਨੇ ਬਾਹਰਲੇ ਪਰਮੇਸ਼ਰ ਤੋਂ ਇਲਾਵਾ ਹਰ ਕਰਮ ਬੰਧਨ ਬਣਿਆ ਜਾਂਦਾ। ਜਕੜੇ ਜਾਣ ਇੱਕ ਬੰਦਾ ਕੈਦ ਵੀ ਖੋਵੇ, ਉਹਦੇ ਕੋਲ ਤਾਕਤ ਵੀ ਨਾ ਖੋਏ, ਕਛੂ ਨਾ ਹੋਤ ਉਪਾਏ, ਉਹਦੇ ਕੋਲ ਕੋਈ ਤਰੀਕਾ ਉਪਾਉ ਨਾ ਦਿਸੇ ਵੀ ਦੁਨੀਆ 'ਚ ਮੈਂ ਹੋਰ ਕੁਝ ਕਰ ਸਕਦਾ। ਸਾਰੇ ਤਰੀਕੇ ਦੇ ਫੇਲ ਹੋ ਜਾਣ ਅਤੇ ਬੰਦੇ ਕੋਲ ਰਹਿ ਕੇ ਜਾਏਗਾ, ਨਿਰਾਸ਼ ਹੋਏਗਾ, ਆਤਮ ਹੱਤਿਆ ਕਰੇਗਾ, ਜਾਂ ਕਰੇਗਾ ਨਸ਼ਾ, ਜਾਂ ਲੜਾਈਆਂ ਝਗੜੇ ਕਰੇਗਾ, ਜ਼ਿੰਦਗੀ ਤੋਂ ਨਿਰਾਸ਼ ਹੋ ਜਾਏਗਾ। ਨਾਮੇ ਸਤਿਗੁਰੂ ਜੀ ਕਹਿੰਦੇ ਕਦੇ ਜ਼ਿੰਦਗੀ ਤੋਂ ਨਿਰਾਸ਼ ਨਾ ਹੋਵੋ। ਤੁਹਾਡੇ ਕੋਲ ਤਾਕਤ ਬਿਲਕੁਲ ਨਾ ਹੋਵੇ, ਤੁਹਾਡੀ ਸਿਆਣਪ ਕੰਮ ਨਾ ਕਰੇ, ਹਰ ਪਾਸੇ ਤੋਂ ਦੁੱਖਾਂ ਵਿੱਚ ਜਕੜੇ ਖੋਵੋ, ਆਦਿ ਵਿਆਧੀ ਉਪਾਧੀ, ਬਾਹਰੋਂ ਮਾਇਕ ਪੱਖੋਂ ਵੀ ਜਕੜੇ ਖੋਈਏ, ਅੰਦਰੋਂ ਜਿਹੜੇ ਕਰਮ ਨੇ ਸਾਡੇ ਕੋਲ, ਜਿਹੜੇ ਖਿਆਲ ਉੱਠਦੇ ਮਾੜੇ ਚੰਗੇ, ਉਹਨਾਂ 'ਚ ਵੀ ਜਕੜੇ ਖੋਈਏ, ਕੁਦਰਤੀ ਮੁਸੀਬਤਾਂ ਵੀ ਸਾਡੇ ਉੱਪਰ ਹੋਣ। ਸਾਹਿਬ ਕਹਿੰਦੇ ਕੋਈ ਤਰੀਕਾ ਤੁਹਾਡੇ ਕੋਲ ਨਾ ਰਹਿ ਜਾਏ, ਮਤ ਨਿਰਾਸ਼ ਹੋ ਕੇ ਤੁਸੀਂ ਆਤਮ ਹੱਤਿਆ ਵੱਲ ਤੁਰਨਾ ਨਹੀਂ। ਕਹਿੰਦੇ ਕਹੋ ਨਾਨਕ ਅਬ ਓਟ ਹਰ ਗਾਜੋ ਕੋ ਸਹਾਏ, ਨਿਰੰਕਾਰ ਦੀ ਟੇਕ ਲਵੋ, ਉਹਦਾ ਆਸਰਾ ਲਵੋ, ਉਹਦੀ ਓਟ ਲਵੋ। ਉਹਦੀ ਓਟ ਲਈ ਜਾਂਦੀ ਏ ਉਹਦਾ ਨਾਮ ਜਪ ਕੇ। ਅਤੇ ਕਹਿੰਦੇ ਨਾਮ ਜਪੋ ਗੱਜ ਦਾ ਮਤਲਬ ਹੈ ਖਾਚੀ। ਜਿਵੇਂ ਕਿਧਰੇ ਖਾਚੀ ਕੋਲ ਬਲ ਸੀ ਬੜਾ, ਪਾਣੀ ਪੀਣ ਗਿਆ ਅਤੇ ਤੰਦੂਏ ਨੇ ਉਹਨੂੰ ਪਕੜ ਲਿਆ, ਬੜਾ ਜ਼ੋਰ ਲਾਉਂਦਾ, ਪਰ ਤੰਦੂਏ ਤੋਂ ਛੁੱਟ ਨਾ ਸਕਿਆ, ਬਹੁਤ ਯਤਨ ਕੀਤਾ। ਫਿਰ ਅੰਦਰੋਂ ਜਦੋਂ ਵੇਖਿਆ ਆਪਣਾ ਬਲ ਕੰਮ ਨਹੀਂ ਕਰਦਾ, ਅਤੇ ਕਹਿੰਦੇ ਅੰਦਰੋਂ ਉਹਦੇ ਚੀਕ ਨਿਕਲੀ, ਹੂਕ ਨਿਕਲੀ, ਨਿਰੰਕਾਰ ਬਚਾ, ਅਤੇ ਨਿਰੰਕਾਰ ਨੇ ਇੱਕਦਮ ਹੀ ਉਹਦੀ ਰਾਖੀ ਕਰ ਦਿੱਤੀ। ਉਹੀ ਖਾਚੀਏ, ਉਹਦੇ ਕੋਲ ਬਲ ਨਹੀਂ ਸੀ ਹੋਣ, ਤਾਕਤ ਕੰਮ ਨਹੀਂ ਸੀ ਕਰ ਰਹੀ, ਤੰਦੂਏ ਨੇ ਜਕੜਿਆ ਪਿਆ ਸੀ। ਪਰ ਜਦੋਂ ਹੀ ਅਰਦਾਸ ਕੀਤੀ ਅਤੇ ਨਿਰੰਕਾਰ ਜਿਹੜਾ ਘੱਟ ਘੱਟ ਵਿੱਚ ਵੱਸਦਾ, ਉਦੋਂ ਹੀ ਬਲ ਹੋਆ ਬੰਧਨ ਛੁੱਟੇ, ਤਾਕਤ ਵੀ ਆ ਗਈ, ਬੰਧਨ ਟੁੱਟ ਗਏ, ਸਭ ਕੁਛ ਹੋਤ ਉਪਾਏ। ਪਹਿਲਾਂ ਇੱਕ ਵੀ ਤਰੀਕਾ ਨਹੀਂ ਸੀ, ਹੁਣ ਤਰੀਕੇ ਹੀ ਤਰੀਕੇ ਨਿਰੰਕਾਰ ਨੇ ਪੈਦਾ ਕਰ ਦਿੱਤੇ ਹਨ। ਕਹਿੰਦੇ ਨਾਨਕ ਸਭ ਕੁਛ ਤੁਮਰੇ ਖਾਤ ਮੈਂ ਤੁਮ ਕੀ ਖੋਤ ਸਕਾਏ। ਉਦਾਹਰਨ ਖਾਚੀ ਦੀ ਦਿੱਤੀ ਨੇ। ਕਹਿੰਦੇ ਦੁੱਖਾਂ ਦੇ ਤੰਦੂਏ ਨੇ ਸਾਨੂੰ ਪਕੜਿਆ ਹੋਵੇ, ਗਰੀਬੀ ਦੇ ਤੰਦੂਏ ਨੇ ਸਾਨੂੰ ਪਕੜਿਆ ਹੋਵੇ, ਦੁਨੀਆ ਵੱਲੋਂ ਨਿਰਾਦਰ ਇੰਨਾ ਹੋਵੇ, ਅਪਮਾਨ ਦੇ ਤੰਦੂਏ ਨੇ ਸਾਨੂੰ ਪਕੜਿਆ ਹੋਵੇ, ਹਰ ਪੱਖ ਤੋਂ ਪਰੇਸ਼ਾਨ ਹੋਈਏ, ਕੋਈ ਤਰੀਕਾ ਨਾ ਲੱਭੇ,
ਸਤਿਗੁਰੂ ਕਹਿੰਦੇ ਕਿਸੇ ਬੰਦੇ ਦੇ ਹੱਥ ਵੱਲ ਨਾ ਤੱਕਿਆ ਜੇ। ਐਵੇਂ ਆਖੋਗੇ ਕੋਈ ਅਮੀਰ ਆਦਮੀ ਕੋਈ ਦੂਸਰਾ ਆਦਮੀ ਮੈਨੂੰ ਇਹਦੇ 'ਚੋਂ ਕੱਢੇਗਾ। ਕਹਿੰਦੇ ਜੇ ਤੱਕਣਾ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਹੱਥਾਂ ਵੱਲ ਤੱਕੋ। ਉਹਨਾਂ ਦੇ ਹੱਥਾਂ ਵਿੱਚ ਕੀ ਕੁਝ ਹੈ। ਸ਼ਬਦ ਬੜਾ ਪਿਆਰਾ ਵਰਤਿਆ, ਸਭ ਕਿਛ ਤੁਮਰੇ ਹਾਥ ਮੈਂ। ਉਹ ਕਿਹੜੀ ਚੀਜ਼ ਹੈ ਜਿਹੜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਵਿੱਚ ਨਾ ਹੋਵੇ। ਉਹ ਕਿਹੜੀ ਦਾਤ ਹੈ ਜਿਹੜੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਹੱਥਾਂ ਵੱਲ ਵੇਖੀਏ ਮਹਾਰਾਜ ਸਾਨੂੰ ਦਿਓ ਤੇ ਉਹ ਨਾ ਦੇ ਸਕਣ। ਸਤਿਗੁਰੂ ਦੇ ਹੱਥਾਂ ਵਿੱਚ ਪਿਆਰਿਓ ਦੋ ਜਹਾਨ ਨਹੀਂ, ਜਿੰਨੇ ਜਹਾਨ ਬਣਾਏ ਇਹ ਰੱਬ ਨੇ ਸਾਰੇ ਗੁਰੂ ਨਾਨਕ ਸਾਹਿਬ ਦੀ ਮੁੱਠੀ ਵਿੱਚ ਨੇ, ਉਹਨਾਂ ਦੇ ਹੱਥ ਵਿੱਚ ਨੇ। ਜਾਣਦੇ ਹੋ ਨਾ, ਆਪਾਂ ਕਈ ਵਾਰ ਉਸ ਗੱਲ ਨੂੰ ਸਾਂਝਾ ਕੀਤਾ ਹੈ ਵੀ ਜਦੋਂ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ 'ਚ, ਕੁਝ ਹੋਰ ਪਿਆਰ ਵਾਲੇ ਗੁਰਸਿੱਖਾਂ ਨੇ ਵੀ ਦਾਤਾ ਜੀਓ ਅਸੀਂ ਜਾਣਨਾ ਚਾਹਾਂਗੇ ਜਿਹੜੀਆਂ ਭਾਈ ਲਹਿਣਾ ਜੀ ਉੱਪਰ ਮਿਹਰਾਂ ਹੋ ਰਹੀਆਂ ਨੇ ਉਹ ਬਾਬਾ ਸ੍ਰੀ ਚੰਦ ਤੇ ਲਖਮੀ ਚੰਦ ਤੇ ਕਿਉਂ ਨਹੀਂ ਹੋ ਰਹੀਆਂ। ਗੁਰੂ ਕੇ ਸਪੁੱਤਰ ਨੇ, ਬੜੇ ਭਜਨ ਬੰਦਗੀ ਵਾਲੇ ਨੇ, ਸੇਵਾ ਵਿੱਚ ਦਿਨੇ ਰਾਤ ਰਹਿੰਦੇ ਖਣਖਾਉਣ ਜਦੋਂ ਦੀ ਇਜਾਜ਼ਤ ਮਿਲੀ ਏ। ਅਤੇ ਸਤਿਗੁਰੂ ਜੀ ਭਾਈ ਲਹਿਣਾ ਜੀ ਵੀ ਰਹਿੰਦੇ ਨੇ। ਸਾਹਿਬਾਂ ਨੇ ਇੱਕ ਨਿੱਕਾ ਜਿਹਾ ਕੌਤਕ ਵਰਤਾਇਆ ਸੀ, ਕਹਿੰਦੇ ਸਰੀਰ ਕਰਕੇ ਕੋਈ ਕੋਲ ਰਵੇ ਕੋਈ ਦੂਰ ਰਵੇ ਕਹਾਣੀ ਨਹੀਂ, ਉਹ ਕਹਾਣੀਏ ਸੁਰਤੀ ਕਿਸ ਦੀ ਅੰਦਰੋਂ ਬਦਲੀ ਏ। ਕਿਹੜਾ ਸਤਿਗੁਰੂ ਦੇ ਸਾਹਮਣੇ ਸਿੱਖ ਬਣ ਕੇ ਆ ਖਲੋਤਾ ਹੈ ਅਤੇ ਕਿਹੜਾ ਕੇਵਲ ਰਿਸ਼ਤਾ ਬਣਾ ਕੇ ਖਲੋਤਾ ਹੈ। ਉਹਦੇ ਅੰਦਰ ਦੀ ਤਸਵੀਰ ਦੇ ਦਰਸ਼ਨ ਕਰਾਏ ਸਤਿਗੁਰਾਂ ਨੇ। ਬਹੁਤੀ ਵਾਰੀ ਨਾ ਜਦੋਂ ਸਾਨੂੰ ਸਮਝ ਨਾ ਆਵੇ ਅਤੇ ਮਹਾਰਾਜ ਜੀ ਕੋਈ ਕੌਤਕ ਰਚਾਉਂਦੇ ਉਹ ਸਾਖੀ ਬਣ ਜਾਂਦੀ, ਉਹ ਗੱਲ ਛੇਤੀ ਸਮਝ ਗੋਚਰੇ ਆ ਜਾਂਦੀ। ਉਹ ਸਤਿਗੁਰੂ ਜੀ ਨੇ ਸਾਰਿਆਂ ਦੇ ਸਾਹਮਣੇ ਇੱਕ ਟਕਾ ਲਿਆ, ਉਹਦੇ ਟਕੇ ਹੁੰਦੇ ਸੀ ਬਹੁਤੇ, ਆਪਣੇ ਹੱਥ ਵਿੱਚ ਪਕੜ ਲਿਆ ਸੱਜੇ 'ਚ, ਮੁੱਠੀ ਕਰ ਲਈ ਬੰਦ। ਸਤਿਗੁਰੂ ਜੀ ਕਹਿਣ ਲੱਗੇ ਸ੍ਰੀ ਚੰਦ ਬੇਟਾ, ਗੁਰੂ ਨਾਨਕ ਸਾਹਿਬ ਦੀ ਮੁੱਠੀ ਉਹਨਾਂ ਨੇ ਤੇ ਆਪਣੇ ਆਪ ਨੂੰ ਸਾਹਿਬਾਂ ਨੇ ਆਪਣਾ ਗੁਰੂ ਤੇ ਨਹੀਂ ਸੀ ਕਹਿਣਾ। ਕਹਿਣ ਲੱਗੇ ਸਾਡੀ ਮੁੱਠੀ ਵਿੱਚ ਕੀ ਕੁਝ ਵੇਖਿਆ ਸੀ ਭਈ ਮੁੱਠੀ ਵਿੱਚ ਟਕਾ ਹੈ। ਕਹਿਣ ਲੱਗੇ ਪਿਤਾ ਜੀ ਤੁਹਾਡੀ ਮੁੱਠੀ ਵਿੱਚ ਕੇਵਲ ਇੱਕ ਟਕਾ ਹੈ। ਸਾਹਿਬ ਕਹਿੰਦੇ ਗੌਰ ਨਾਲ ਵੇਖੋ ਕੁਝ ਹੋਰ ਤਾਂ ਨਹੀਂ ਨਜ਼ਰ ਆ ਰਿਹਾ। ਨਹੀਂ ਹੋਰ ਕੁਛ ਨਹੀਂ ਹੈ। ਬਿਲਕੁਲ ਇਹੀ ਜਵਾਬ ਬਾਬਾ ਲਖਮੀ ਚੰਦ ਸਾਹਿਬ ਜੀ ਦਿੰਦੇ ਨੇ। ਪਰ ਜਦੋਂ ਭਾਈ ਲਹਿਣਾ ਜੀ ਨੂੰ ਪੁੱਛਿਆ ਜਾਂਦਾ ਏ ਤੇ ਉਹ ਥਰ ਥਰ ਕੰਬਦੇ ਖਾਨ, ਅੱਖਾਂ ਵਿੱਚ ਪਿਆਰ ਦੇ ਹੰਝੂ ਖਾਨ, ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਤੁਹਾਡੇ ਹੱਥਾਂ ਵਿੱਚ ਮੈਨੂੰ ਜਿਤਨੇ ਖੰਡ ਬ੍ਰਹਿਮੰਡ ਖਾਨ ਸਾਰੇ ਤੁਹਾਡੀ ਮੁੱਠੀ ਵਿੱਚ ਬੰਦ ਨਜ਼ਰ ਆ ਰਹੇ ਨੇ। ਦਾਤਾ ਜੀ ਨੂੰ ਲੋਕ ਨਿਰੰਕਾਰ ਕਹਿੰਦੇ, ਸ੍ਰਿਸ਼ਟੀ ਨੂੰ ਰਚਨਹਾਰ ਤੁਹਾਡੀ ਮੁੱਠੀ ਵਿੱਚ ਬੰਦ ਹੈ। ਉਹ ਕਿਹੜੀ ਤਾਕਤ ਹੈ ਜਿਹੜੀ ਮੇਰੇ ਗੁਰੂ ਨਾਨਕ ਸਾਹਿਬ ਤੁਹਾਡੇ ਹੱਥ ਵਿੱਚ ਨਾ ਹੋਵੇ। ਸਾਰੀ ਸੰਗਤ ਹੈਰਾਨ, ਕਹਿਣ ਲੱਗੇ ਇਹ ਦੋਨਾਂ ਦੇ ਜਵਾਬ ਵੱਖਰੇ ਨੇ। ਇੱਥੇ ਵੀ ਇੱਕ ਭੇਦ ਹੈ ਬਹੁਤ ਵੱਡਾ। ਕੋਈ ਗਿਆਨ ਕੋਈ ਖੁਸ਼ਾਮਦ ਕਰਕੇ ਵੀ ਇਹ ਗੱਲ ਕਹਿ ਸਕਦਾ ਹੈ ਨਾ ਕਿਸੇ ਬਾਦਸ਼ਾਹ ਨੂੰ ਵੀ ਤੁਹਾਡੀ ਮੁੱਠੀ ਵਿੱਚ ਸਾਰਾ ਕੁਝ ਉਹਨੂੰ ਨਜ਼ਰ ਨਹੀਂ ਆ ਰਿਹਾ। ਆਪਾਂ ਵੀ ਮਹਾਰਾਜ ਜੀ ਵੱਲ ਇਸ਼ਾਰਾ ਕਰਕੇ ਕਹਿ ਸਕਦੇ ਹਾਂ ਸਤਿਗੁਰੂ ਦੇ ਹੱਥ ਵਿੱਚ ਸਭੋ ਕੁਝ ਰੋਜ਼ ਪੜ੍ਹੀ ਦਾ ਹੀ ਹੈ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਭਾਵੇ। ਪਰ ਸੁਰਤੀ ਨੂੰ ਦਿਸਦਾ ਤੇ ਨਹੀਂ ਨਾ, ਤਾਂ ਹੀ ਤੇ ਡੋਲ ਜਾਂਦੇ ਹਾਂ। ਆਨੇ ਹਾਂ ਕੀ ਪਤਾ ਉਸ ਨੂੰ ਮੇਰੀ ਇਹ ਲੋੜ ਪੂਰੀ ਕਰਨ ਦੀ ਫਿਕਰ ਵੀ ਹੈ ਕਿ ਨਹੀਂ, ਖੁਰਿਆ ਮੈਨੂੰ ਕੁਝ ਦੇ ਸਕੇਗਾ ਕਿ ਨਾ। ਘਰ ਬਹਿ ਜੀਦਾ ਜਾਂ ਡੋਲੀ ਦਾ ਜਾਂ ਪਖੰਡ ਵੱਲ ਤੁਰ ਪਈਦਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਭਾਈ ਲਹਿਣਾ ਸੱਚਮੁੱਚ ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਉਹ ਸਾਰਾ ਕੁਝ ਤੱਕ ਰਿਹਾ ਉਹਨਾਂ ਤਾਕਤਾਂ ਨੂੰ। ਉਹਦੇ ਸਾਹਮਣੇ ਉਹ ਪ੍ਰਤੱਖ ਚੀਜ਼ ਸਾਖਿਆਤ ਹੈ। ਸਿੱਖੀ ਇਹ ਹੈ ਪਿਆਰਿਓ, ਸਤਿਗੁਰੂ 'ਤੇ ਭਰੋਸਾ ਹੋਵੇ, ਸਤਿਗੁਰੂ ਜੀ ਦੀ ਮਿਹਰ ਨਾਲ ਅੰਦਰੋਂ ਸੁਰਤੀ ਬਦਲੀ ਹੋਵੇ। ਸਤਿਗੁਰੂ ਸਭੋ ਕੁਝ ਦਿਖਾਉਂਦੇ ਨੇ। ਭਾਈ ਲਹਿਣਾ ਜੀ ਨੇ ਉਹ ਦੇਖਿਆ ਸਾਰਾ ਕੁਝ, ਤਦੀ ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਦੇ ਵਿੱਚ ਆ ਕੇ ਟਿਕੀ ਹੈ। ਮੇਰੇ ਕਹਿਣ ਤੋਂ ਮੁਰਾਦ ਪਿਆਰਿਓ, ਜੇ ਆਪਣੇ ਵੱਲ ਤੱਕਾਂਗੇ ਤੇ ਸਾਡੇ ਕੋਲ ਕੁਛ ਵੀ ਨਹੀਂ, ਪਰ ਜੇ ਉਹਦੀ ਟੇਕ ਲਈਏ ਜਿਹਦੇ ਹੱਥ ਵਿੱਚ ਸਭੋ ਕੁਝ ਹੈ, ਉਹ ਕੀ ਨਹੀਂ ਦੇ ਸਕਦਾ ਸਾਨੂੰ।
ਜਾਂ ਉਹ ਕੀ ਸਾਨੂੰ ਕਿਸੇ ਪੱਖ ਤੋਂ ਕਮਜ਼ੋਰ ਰਹਿਣ ਦੇਵੇਗਾ। ਸਤਿਗੁਰੂ ਜੀ ਨੇ ਕਿੱਡਾ ਹੌਸਲਾ ਦਿੱਤਾ ਹੈ, ਜ਼ੁਬਾਨੀ ਕਲਾਮੀ ਨਹੀਂ ਕਰਕੇ ਦਿਖਾਇਆ ਹੈ। ਸਤਿਗੁਰੂ ਜੀ ਇੱਕ ਜਗ੍ਹਾ ਬਚਨ ਕਰਦੇ ਨੇ, ਕਹਿੰਦੇ ਜਾਂ ਤੂੰ ਮੇਰੇ ਵੱਲ ਕਹਿ ਤਾ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੇ, ਕਾਇ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵਕ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ, ਲੇਖਾ ਕੋਈ ਨਾ ਪੁੱਛਈ, ਜਾਂ ਹਰ ਬਖਸ਼ੰਦਾ, ਸਭੇ ਕਾਜ ਸਵਾਰੀਐ, ਜਾਂ ਤੁਧ ਪਾਵੰਦਾ। ਸਤਿਗੁਰਾਂ ਦੇ ਪਵਿੱਤਰ ਬਚਨ ਨੇ, ਆਨੰਦ ਪਿਆ ਸੁਖ ਪਾਇਆ, ਮਿਲ ਗੁਰ ਗੋਬਿੰਦਾ। ਕਹਿੰਦੇ ਬੰਦਿਆ ਤੂੰ ਇੰਨਾ ਯਤਨ ਕਰਦਾ ਹੈ, 4 ਬੰਦੇ ਮੇਰੇ ਵੱਲ ਖੋ ਜਾਣ, 4 ਕੌਡੀਆਂ ਮੇਰੇ ਵੱਲ ਦੀਆਂ ਹੋ ਜਾਣ, ਕਹਿੰਦੇ ਤੇਰੇ ਵੱਲ 4 ਛੱਡ ਕੇ ਹਜ਼ਾਰਾਂ ਲੱਖਾਂ ਵੀ ਖੋਣ, ਚੇਤਾ ਰੱਖੇ ਤੂੰ ਫਿਰ ਵੀ ਦੁਖੀ ਤੇ ਅਧੂਰਾ ਤੇ ਤੇਰਾ ਅੰਦਰ ਡਰੇਗਾ। ਜੇ ਇੱਕ ਰੱਬ ਦੀ ਬੰਦਗੀ ਕਰਕੇ ਉਹਨੂੰ ਆਪਣੇ ਵੱਲ ਕਰ ਲਵੇਂ, ਉਹਦਾ ਸਾਥ ਲੈ ਲਈਏ, ਕੇਵਲ ਅਕਾਲ ਪੁਰਖ ਨਾਲ ਹੋਵੇ, ਤੇ ਸਾਹਿਬ ਕਹਿੰਦੇ ਨੇ ਦੁਨੀਆ ਭਰ ਦੀ ਮੁਥਾਜੀ ਮੁੱਕ ਜਾਏਗੀ, ਜਮਦੂਤਾ ਤੇ ਸਵਰਗ ਨਰਕ ਦੀ ਮੁਥਾਜੀ ਮੁੱਕ ਜਾਏਗੀ। ਕਹਿੰਦੇ ਜਦੋਂ ਉਹਦੇ ਹੋਏ ਨਾ, ਉਹਦਾ ਬੰਦਾ ਬਣ ਗਏ, ਤੇ ਉਹਨੇ ਸਾਰਾ ਕੁਝ ਹੀ ਸਾਨੂੰ ਦੇ ਦਿੰਦਾ। ਬੰਦਾ ਉਹੀ ਹੈ, 5 ਭੂਤਕ ਸਰੀਰ ਹੁੰਦੇ ਬੰਦਗੀ ਵਾਲਿਆਂ ਦੇ, ਸਾਧੂਆਂ ਦੇ ਹੱਥ ਪੈਰ ਤਾਂ ਸਾਡੇ ਵਰਗੇ ਹੀ ਨੇ ਨਾ। ਵੇਖਦੇ ਹੋ ਕਈਆਂ ਦੇ ਰੰਗ ਕਾਲੇ ਹੁੰਦੇ ਨੇ, ਕਈਆਂ ਦੇ ਨੈਣ ਪ੍ਰੈਣ ਵੀ ਠੀਕ ਨਹੀਂ ਹੁੰਦੇ, ਪਰ ਬਖਸ਼ਾਂ ਦੇ ਭੰਡਾਰ ਭਰੇ ਪਏ ਹੁੰਦੇ ਉਹਨਾਂ ਦੇ ਕੋਲ। ਉਹਨਾਂ ਦੇ ਕੱਪੜੇ ਵੀ ਸਾਧ ਮੁਰਾਦੇ, ਕਈਆਂ ਦੇ ਜਾਪਦੇ ਨਹੀਂ ਏਡੀ ਵੱਡੀ ਖਸਤੀ ਖੋਏਗੀ, ਪਰ ਅੰਦਰ ਭਰੇ ਪੈ ਖਜ਼ਾਨੇ ਪੂਰੇ ਦੇ ਪੂਰੇ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦੇ ਹੋਈਏ ਉਹ ਸਾਰਾ ਕੁਝ ਦੇ ਦਿੰਦਾ ਹੈ। ਲక్ష్ਮੀ ਦੀ ਆ ਧਨ ਦੌਲਤ ਦੀ ਤੇ ਤੋਟ ਨਹੀਂ ਰਹਿੰਦੀ, ਪਰ ਉਹਨਾਂ ਨੂੰ ਚਾਹੀਦੀ ਨਹੀਂ। ਉਹਨਾਂ ਨੇ ਤਾਂ 2 ਵਕਤ ਪ੍ਰਸ਼ਾਦਾ ਛਕਣਾ ਹੈ। ਸਾਹਿਬ ਕਹਿੰਦੇ 84 ਲੱਖ ਜਿਹੜੀ ਜੂਨ ਹੈ ਨਾ, ਉਹ ਉਸ ਬੰਦੇ ਦੇ ਹੁਕਮ ਵਿੱਚ ਤੁਰ ਪੈਂਦੀ ਏ ਜਿਹਦੇ ਵੱਲ ਦਾ ਪਰਮਾਤਮਾ ਹੋਵੇ। ਤੇ ਜੇ ਏਡੀ ਵੱਡੀ ਸਤਿਗੁਰੂ ਜੀ ਸਮਰੱਥਾ ਤਾਕਤ ਦੇ ਰਹੇ ਹੋਣ ਸਾਨੂੰ ਕੱਲੇ ਕੱਲੇ ਨੂੰ, ਫਿਰ ਆਪਾਂ ਉਹਦਾ ਆਸਰਾ ਨਾ ਲਈਏ ਤੇ ਇਹੀ ਰੋਣੇ ਰੋਏ ਜਾਈਏ, ਮੇਰੇ ਕਰਮ ਮਾੜੇ, ਮੇਰੀ ਕਿਸਮਤ ਮਾੜੀ, ਮੇਰੇ ਭਾਗਾਂ 'ਚ ਆ ਕੁਝ ਨਹੀਂ ਲਿਖਿਆ, ਦੁੱਖ ਹੀ ਲਿਖਿਆ ਸੀ, ਕਲੇਸ਼ ਹੀ ਲਿਖਿਆ ਸੀ, ਤੇ ਉਸੇ ਦੇ ਨਾਲ ਸਹਿਮਤ ਹੋ ਜਾਈਏ, ਫਿਰ ਤਾਂ ਨਹੀਂ ਨਾ ਸਿੱਖੀ। ਨਾਵੇਂ ਗੁਰਦੇਵ ਪਿਤਾ ਦੇ 2 ਬਚਨ 2 ਸਲੋਕ ਬਾਰ-ਬਾਰ ਚੇਤਾ ਕਰੀਏ। ਸਾਹਿਬ ਕਹਿੰਦੇ ਜਿਵੇਂ ਹਾਥੀ ਨੇ ਟੇਕ ਓਟ ਲਈ ਪਰਮੇਸ਼ਰ ਦੀ, ਉਹ ਕਿਵੇਂ ਉਹਦੇ ਕੋਲ ਬਲ ਤੇ ਤਾਕਤ ਸਿਆਣਪ ਆ ਗਏ, ਕੋਈ ਉਹਦੇ ਕੋਲ ਬੰਧਨ ਨਾ ਰਹਿ ਗਿਆ। ਆਪਾਂ ਪਰਮੇਸ਼ਰ ਦੀ ਟੇਕ ਲੈ ਕੇ ਤੁਰੀਏ ਤਾਂ ਸਹੀ, ਫਿਰ ਵੇਖੋ ਅਸੀਂ ਕਿੰਨੀਆਂ ਤਾਕਤਾਂ ਦੇ ਮਾਲਕ ਬਣਦੇ ਹਾਂ। ਹੈਰਾਨ ਖੋਈਦਾ ਆਪਣਾ ਇਤਿਹਾਸ ਪੜ੍ਹ ਕੇ। ਤੁਸੀਂ ਵੇਖੋ ਜਦੋਂ ਔਰੰਗਜ਼ੇਬ ਨੇ ਹੁਕਮ ਕੀਤਾ ਏ ਭਈ ਜਾਂ ਤੇ ਸਾਰੇ ਹਿੰਦੂ ਮੁਸਲਮਾਨ ਬਣ ਜਾਓ, ਆਪਣੇ ਆਪ ਨਹੀਂ ਬਣਦੇ ਤਾਂ ਫਿਰ ਤਲਵਾਰ ਨਾਲ ਬਣਾਵਾਂਗਾ। ਜਿਹੜੇ ਨਾ ਬਣੇ, ਜਿਹੜੇ ਤੇ ਵੈਸੇ ਹੀ ਬਣ ਗਏ ਉਹ ਤੇ ਬਚ ਗਏ, ਤੇ ਜਿਹੜੇ ਜੰਜੂ ਨੂੰ ਪਿਆਰ ਤੇ ਤਿਲਕ ਨੂੰ ਕਰਦੇ ਰਹੇ, ਸ਼੍ਰੀ ਰਾਮ ਚੰਦਰ ਤੇ ਕ੍ਰਿਸ਼ਨ ਦੀ ਪੂਜਾ 'ਚ ਵਿਸ਼ਵਾਸ ਕਰਦੇ ਰਹੇ, ਦੇਵੀ ਦੇਵਤਿਆਂ ਦੇ ਉਹਨਾਂ ਦੇ ਕਤਲ ਕੀਤੇ ਜਾਂਦੇ ਨੇ। ਲੱਖਾਂ ਕਰੋੜਾਂ ਲੋਕ ਵਸਦੇ ਨੇ, ਬੰਦੇ ਹੀ ਨੇ, ਪਰ ਕੋਈ ਔਰੰਗਜ਼ੇਬ ਦਾ ਟਾਕਰਾ ਨਹੀਂ ਕਰਦਾ, ਕੋਈ ਫੌਜਾਂ ਦਾ ਟਾਕਰਾ ਨਹੀਂ ਕਰਦਾ। 10 ਬੰਦੇ ਆ ਕੇ ਹਜ਼ਾਰਾਂ ਨੂੰ ਭੇਡਾਂ ਦੀ ਤਰ੍ਹਾਂ ਉਹਨਾਂ ਨੂੰ ਗੁਲਾਮ ਬਣਾ ਕੇ ਲੈ ਜਾਂਦੇ ਨੇ। ਕੋਈ ਹਿੰਮਤ ਨਹੀਂ ਰੱਖਦਾ, ਕੋਈ ਕਵੇ ਜਵਾਬ ਦਿਓ, ਸਾਡੇ ਕੋਲ ਕਿਹੜੀ ਤਾਕਤ ਹੈ। ਨਾਵੇਂ ਸਤਿਗੁਰੂ ਦੀ ਪੂਰੀ ਬਾਣੀ ਪੜ੍ਹੋ ਤੇ ਇਤਿਹਾਸ ਪੜ੍ਹੋ। ਸਤਿਗੁਰੂ ਹੋਕਾ ਦੇ ਇਹਨੇ ਬੰਦੇ ਤੂੰ ਕੱਲਾ ਨਹੀਂ,
ਨਾਲ ਤੇਰੇ ਨਿਰੰਕਾਰ ਖੈ। ਆਪਾਂ ਪੜ੍ਹਿਆ ਨਾ ਪਿਛਲੇ ਦਿਨਾਂ 'ਚ, ਸਾਹਿਬ ਕਹਿੰਦੇ ਪਤਤ, ਗਰੀਬ ਨਵਾਜ ਪਿਤਾ ਮਹਾਰਾਜ ਜੀ ਦੇ ਬਚਨ ਨੇ ਵੀ ਪਤਤਾਂ ਨੂੰ ਪਵਿੱਤਰ ਬਣਾਉਣਾ ਉਹਨਾਂ ਦਾ ਸੁਭਾਅ ਹੈ। ਪਤਤ ਉਦਾਹਰਨ ਪੈ ਕਰਨ ਹਰ ਅਨਾਥ ਕੇ ਨਾਥ, ਕਹੋ ਨਾਨਕ ਤੇ ਜਾਨੀਏ ਸਦਾ ਬਸਤ ਤੁਮ ਸਾਥ। ਕਹਿੰਦੇ ਉਹ ਪਤਤਾਂ ਨੂੰ ਪਵਿੱਤਰ ਬਣਾਉਣ ਵਾਲਾ, ਅਨਾਥਾਂ ਦਾ ਨਾਥ ਬਣਨ ਵਾਲਾ, ਹਰ ਤਰ੍ਹਾਂ ਦਾ ਡਰ ਦੂਰ ਕਰਨ ਵਾਲਾ, ਉਹ ਤੇਰੇ ਨਾਲ ਏ। ਤੁਸੀਂ ਕਹਿੰਦੇ ਹੋ ਅਸੀਂ ਇਕੱਲੇ ਹਾਂ, ਉਹਦਾ ਨਾਮ ਜਪੋ ਤੁਰੋ ਸਹੀ। ਪਰ ਲੋਕ ਇਨ ਡਰੇ ਨਹੀਂ, ਸਮਝਦੇ ਨਹੀਂ। ਕੀ ਹੋਇਆ ਸੀ, ਨਾਮੀ ਗੁਰਦੇਵ ਪਿਤਾ ਜੀ ਨੇ ਕਿਰਪਾ ਕਰਕੇ ਆਪ ਸ਼ਹਾਦਤ ਦਿੱਤੀ, ਨਾਲ 3 ਗੁਰਸਿੱਖ ਨੇ ਤੇ ਕਰਕੇ ਵਿਖਾ ਦਿੱਤਾ। ਸਰੀਰ ਦੇਖੋ ਸਾਡੇ ਵੀ ਤੁਹਾਡੇ ਵਰਗੇ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਕਿਸੇ ਆਕਾਸ਼ ਤੋਂ ਨਹੀਂ ਡਿੱਗੇ, ਤੁਹਾਡੇ ਪਰਿਵਾਰਾਂ ਵਿੱਚ ਪੈਦਾ ਹੋਏ, ਤੁਹਾਡੇ ਵਾਂਗੂ ਵੱਟੇ ਖੋਏ, ਤੁਹਾਡੇ ਵਾਂਗੂ ਰੋਟੀ ਪਾਣੀ ਖਾਂਦੇ ਨੇ, ਕੱਪੜਾ ਪਹਿਨਦੇ ਨੇ। ਇਹਨਾਂ ਕੋਲ ਕਿਹੜੀ ਚੀਜ਼ ਹੈ? ਅਕਾਲ ਪੁਰਖ ਦਾ ਆਸਰਾ। ਇਹਨਾਂ ਨੇ ਵੇਖ ਲਿਆ ਅਕਾਲ ਪੁਰਖ ਸਾਡੇ ਨਾਲ ਅੰਗ ਸੰਗੇ, ਉਹਦੀ ਖਜੂਰੀ 'ਚ ਬੈਠੇ। ਇਹਨਾਂ 3 ਗੁਰਸਿੱਖਾਂ ਦੀ ਬਦੌਲਤ ਤੇ ਚੌਥੇ ਸਤਿਗੁਰੂ ਜੀ ਆਪ ਨੇ ਪਿਆਰਿਓ ਔਰੰਗਜ਼ੇਬ ਦੀ ਤਲਵਾਰ ਜਿਹੜੀ ਕਿਸੇ ਤੋਂ ਰੁਕੀ ਨਹੀਂ, ਉਹ ਰੁਕ ਜਾਂਦੀ ਏ। ਜਿਹੜੇ ਲੱਖਾਂ ਕਤਲ ਹੋ ਰਹੇ ਨੇ ਹਿੰਦੂ ਧਰਮ ਦੇ, ਉਹ ਢਾਲ ਬਣ ਜਾਂਦੇ ਨੇ ਸਾਹਮਣੇ, ਉਸ ਤੋਂ ਬਾਅਦ ਉਹ ਕਤਲ ਨਹੀਂ ਹੁੰਦੇ। ਤੇ ਜੇ 3 ਗੁਰਸਿੱਖਾਂ ਦੀ ਕੋਲ ਇਹ ਰੱਬ ਦੀ ਤਾਕਤ ਹੈ ਤੇ ਰੋਕ ਸਕਦੇ ਏਡੇ ਵੱਡੇ ਜ਼ੁਲਮ ਨੂੰ, ਤੇ ਜੇ ਤੁਸੀਂ ਸਾਰੇ ਮਹਿਸੂਸ ਕਰੋ ਤੇ ਜ਼ਾਲਮ ਕੋ ਰਹਿ ਜਾਏਗਾ? ਕਦੇ ਵੀ ਨਹੀਂ ਰਹਿਣਾ। ਹੌਸਲਾ ਨਹੀਂ ਸੀ ਕਰਦੇ। ਤਾਂ ਹੀ ਗੁਰੂ ਕਲਗੀਆਂ ਵਾਲੇ ਪਿਤਾ ਜੀ ਨੇ ਕਿਰਪਾ ਕੀਤੀ। ਉਹਨਾਂ ਲੋਕਾਂ ਨੂੰ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, 5 ਕਕਾਰ ਪਹਿਨਾਏ, ਵਾਹਿਗੁਰੂ ਸ਼ਬਦ ਨਾਲ ਜੋੜਿਆ। ਜਿਹੜੇ ਨੰਗੀ ਕਰਦ ਵੇਖ ਕੇ ਡਰ ਜਾਂਦੇ ਸੀ, ਹਾਏ ਨਹੀਂ ਅਸੀਂ ਇਹਨੂੰ ਪਕੜਨਾ, ਡਰ ਆਉਂਦਾ, ਉਹ ਕਿਰਪਾਨ ਪਕੜ ਕੇ ਲੱਖਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦੇ ਨੇ। ਉਹ ਤਾਕਤ ਕਿੱਥੋਂ ਆਈ? ਹਰ ਕਿਸੇ ਦੇ ਅੰਦਰ ਬੈਠਾ ਪਰਮਾਤਮਾ ਹੈ, ਉਹਦੇ ਨਾਲ ਸੰਬੰਧ ਜੁੜਿਆ, ਨਾਮ ਜਪ ਕੇ ਉਹ ਤਾਕਤ ਪ੍ਰਗਟ ਹੋ ਗਈ। ਪਿਆਰਿਓ ਅਬਦਾਲੀ ਵੇਲੇ ਨਾ ਬਹੁਤ ਘਟਨਾਵਾਂ ਮਿਲਦੀਆਂ ਨੇ। ਬੰਦੇ ਉਹੀ ਨੇ, ਸਤਿਗੁਰੂ ਜੀ ਨੇ ਉਹਨਾਂ ਬੰਦਿਆਂ ਵਿੱਚ ਛੁਪੀ ਕੋਈ ਰੱਬੀ ਤਾਕਤ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਤਾਂ ਹੀ ਕੱਲਾ ਕੱਲਾ ਸਿੱਖ 1.25 ਲੱਖ ਨਾਲ ਟਾਕਰਾ ਕਰਦਾ। ਸਿੱਖ ਇਹਨਾਂ 'ਚ ਹੀ ਬਣੇ ਨਾ, ਹਿੰਦੂ ਮੁਸਲਮਾਨ ਵੀਰ ਜੋ ਵੀ ਸਨ ਉਸ ਵਕਤ ਮੌਜੂਦ ਇਨਸਾਨ, ਜਿਹਨੇ ਗੁਰੂ ਕਾ ਬਚਨ ਮੰਨ ਲਿਆ, ਸਿੱਖ ਬਣ ਗਿਆ, ਉਹਦੇ ਕੋਲ ਇੱਕਦਮ ਉਹ ਤਾਕਤਾਂ ਪ੍ਰਗਟ ਹੋ ਜਾਂਦੀਆਂ ਨੇ। ਇੱਕ ਵਾਰੀ ਅਬਦਾਲੀ 16,000 ਜਿਹੜਾ ਇੱਥੋਂ ਦੀਆਂ ਬੱਚੀਆਂ ਨੂੰ ਪਕੜ ਕੇ ਲੈ ਕੇ ਜਾ ਰਿਹਾ ਸੀ। ਗੁਰੂ ਦੇ ਖਾਲਸੇ ਨੂੰ ਪਤਾ ਲੱਗਾ, ਉਹਨੇ ਕਾਫੀ ਸਾਰਾ ਲੁੱਟਿਆ ਮਾਲ ਵੀ ਵੱਖਰੇ ਵੱਖਰੇ ਜਗ੍ਹਾ ਹਮਲੇ ਕਰਕੇ ਛੁਡਾ ਲਿਆ। ਕੋਈ ਹਿੰਦੂ ਪਰਿਵਾਰ ਅੱਗੇ ਨਹੀਂ ਸੀ ਹੁੰਦਾ। ਬੱਚੀਆਂ ਲੈ ਕੇ ਜਾ ਰਹੇ ਨੇ, ਉਹਨੂੰ ਆਪਣੀ ਕਿਸਮਤ ਸਮਝ ਕੇ ਬੈਠ ਕੇ ਰੋ ਰਹੇ ਨੇ। ਬੱਚੀਆਂ ਰੋ ਰਹੀਆਂ ਨੇ ਵੀ ਗੁਲਾਮ ਬਣਾ ਲਿਆ। ਜਿਨ੍ਹਾਂ ਦੀਆਂ ਧੀਆਂ ਭੈਣਾਂ ਨੇ ਉਹ ਆਪਣੇ ਘਰ ਰਾਜੀ ਨੇ ਵੀ ਸਾਡਾ ਕੋਈ ਚਾਰਾ ਹੀ ਨਹੀਂ, ਅਸੀਂ ਕੀ ਕਰ ਸਕਦੇ। ਖਾਲਸਾ ਜੰਗਲਾਂ 'ਚੋਂ ਨਿਕਲ ਕੇ ਉਹਨਾਂ ਬੱਚੀਆਂ ਨੂੰ ਛੁਡਾਉਂਦਾ ਹੀ, ਕਹਿੰਦੇ ਕਿਉਂ ਨਹੀਂ ਚਾਰਾ, ਸਭੋ ਕੁਝ ਸਾਡੇ ਕੋਲ ਹੈ। ਬੱਚਿਆਂ ਨੂੰ ਘਰੋਂ ਘਰੀ ਪਹੁੰਚਾਇਆ। ਅਜੇ ਤੁਰਿਆ ਜਾ ਰਿਹਾ ਸੀ ਤੇ ਇੱਕ ਨਾ ਗੁਰੂ ਕੇ ਪਿਆਰਿਓ ਮੀਰਪੁਰ, ਜੰਮੂ ਦੇ ਕੋਲ ਤਹਿਸੀਲ ਹੈ, ਉੱਥੇ ਇੱਕ ਪਿੰਡ ਹੈ ਮੀਰਪੁਰ ਤੋਂ 15 ਕਿਲੋਮੀਟਰ ਦੂਰ, ਖਿੱਲ ਪਹਾੜੀਆਂ 'ਚ ਘਿਰਿਆ ਹੋਇਆ। ਉੱਥੋਂ ਦੇ ਰਹਿਣ ਵਾਲੇ ਇੱਕ ਅਜਬ ਸਿੰਘ ਸਨ। ਉਹਨੂੰ ਖਬਰ ਮਿਲੀ ਪਈ ਦੁਰਾਨੀ ਜਾ ਰਿਹਾ। ਗੁਰਸਿੱਖਾਂ ਨੇ ਸੇਵਾ ਕੀਤੀ, ਅਨੇਕਾਂ ਬੱਚੀਆਂ ਛੁਡਾਈਆਂ ਨੇ, ਪਰ ਅਜੇ ਵੀ ਕੁਝ ਹੋਰ ਧੀਆਂ ਭੈਣਾਂ ਗੁਲਾਮ ਬਣਾ ਕੇ ਉਹ ਲੈ ਕੇ ਜਾ ਰਿਹਾ। ਹਿੰਦੁਸਤਾਨ ਦੀ ਇੱਜ਼ਤ ਵੀ ਜਾ ਰਹੀ, ਧਨ ਮਾਲ ਵੀ। ਮੈਨੂੰ ਵੀ ਹਿੱਸਾ ਪਾਉਣਾ ਚਾਹੀਦਾ ਹੈ। ਮਾਂ ਨੂੰ ਕਹਿਣ ਲੱਗਾ, ਮਾਂ ਮੈਂ ਤੇ ਰਹਿ ਗਿਆ। ਅਜੇ ਉਹ ਜਿਹੜਾ ਹਮਲਾਵਰ ਵਾਪਸ ਮੁੜ ਰਿਹਾ ਅਫਗਾਨ ਨੂੰ, ਅਜੇ ਇੱਥੇ ਹੀ ਹੈ। ਉਹਨੇ ਜਿਸ ਰਾਹ ਤੋਂ ਲੰਘਣਾ ਮੈਂ ਚਾਹੁੰਦਾ ਵਾਂ ਮੈਂ ਵੀ ਆਪਣਾ ਹਿੱਸਾ ਪਾਵਾਂ। ਗਰੀਬਾਂ ਦੀਆਂ ਚੀਕਾਂ ਸੁਣੀਆਂ ਨਹੀਂ ਜਾਂਦੀਆਂ। ਕਈ ਬੰਦੇ ਗੁਲਾਮ ਤੇ ਕਈ ਬੱਚੀਆਂ ਗੁਲਾਮ ਬਣਾ ਕੇ ਲਿਜਾ ਰਹੇ ਨੇ। ਮੈਂ ਚਾਹੁੰਦਾ ਵੀ ਮੈਂ ਵੀ ਕੁਛ ਛਡਾਵਾਂ। ਬੱਚਿਆ ਤੂੰ ਇਕੱਲਾ ਇਹਨਾਂ ਹਜ਼ਾਰਾਂ ਫੌਜਾਂ ਦਾ ਟਾਕਰਾ ਕੀ ਕਰੇਗਾ? ਬੜੇ ਉਹ ਤਾਕਤਵਰ ਨਹੀਂ ਮਾਂ, ਇਸ ਤਰ੍ਹਾਂ ਬਿਲਕੁਲ ਨਾ ਸੋਚ।
ਉਹਨਾਂ ਕੋਲ ਫੌਜਾਂ ਤੇ ਹਥਿਆਰਾਂ ਦੀ ਤਾਕਤ, ਤੇਰੇ ਪੁੱਤ ਕੋਲ ਗੁਰੂ ਕਲਗੀਆਂ ਵਾਲੇ ਦੀ ਤਾਕਤ ਹੈ। ਉਹ ਮੇਰੇ ਨਾਲ ਹੀ, ਮੈਂ ਇਕੱਲਾ ਨਹੀਂ। ਮੈਨੂੰ ਅਸੀਸ ਦੇ। ਕੇਸੀ ਇਸ਼ਨਾਨ ਕਰਕੇ ਤਿਆਰ ਹੋ ਕੇ ਘੋੜੀ 'ਤੇ ਚੜ੍ਹ ਕੇ ਮਾਂ ਕਹਿੰਦੀ, ਪੁੱਤਰ ਤੂੰ ਚੱਲਿਆ ਈ, ਮੈਨੂੰ ਪਤਾ ਹੈ ਤੂੰ ਮੁੜ ਕੇ ਨਹੀਂ ਆਉਣਾ। ਮੈਨੂੰ ਉਸ ਗੱਲ ਦਾ ਫਿਕਰ ਨਹੀਂ ਹੈ। ਮੈਨੂੰ ਕਿੱਦਾਂ ਪਤਾ ਲੱਗੇਗਾ ਮੇਰਾ ਪੁੱਤ ਸ਼ਹੀਦ ਹੋ ਗਿਆ। ਮੇਰਾ ਪੁੱਤਰ ਪਰਉਪਕਾਰ ਕਰਦਾ ਕਰਦਾ ਕਈਆਂ ਨੂੰ ਜ਼ਿੰਦਗੀ ਦੇ ਗਿਆ, ਕਈਆਂ ਦੇ ਉਜੜੇ ਘਰ ਵਸਾ ਗਿਆ। ਮੇਰੇ ਕੰਨ ਸੁਣਨਾ ਚਾਹਣਗੇ। ਪੁੱਤ ਮੈਨੂੰ ਕਿੱਦਾਂ ਪਤਾ ਲੱਗੇਗਾ? ਇਹ ਦੁਨੀਆ ਨਹੀਂ ਗੱਲਾਂ ਕਰ ਸਕਦੀ। ਇਹ ਕੇਵਲ ਜਿਹੜਾ ਰੱਬ ਨਾਲ ਜੁੜਿਆ ਉਹੀ ਮਾਂ ਇਹ ਆਸ ਕਰ ਸਕਦੀ ਹੈ। ਮਾਂ ਕੋਈ ਤੋਰੇਗੀ ਪੁੱਤਰ ਨੂੰ ਇਸ ਇਹੋ ਜਿਹੇ ਢੰਗ ਨਾਲ? ਕਦੇ ਵੀ ਨਹੀਂ। ਪਰ ਸਤਿਗੁਰੂ ਜੀ ਦੀ ਕਲਾ ਵਰਤੀ ਹੈ। ਸਿੱਖ ਦਾ ਅੰਦਰ ਕਿੰਨਾ ਵਿਸ਼ਵਾਸ, ਤੇ ਕਿੱਥੇ ਇਹ ਲੋਕ ਉੱਚੀਆਂ ਸੁਰਤੀਆਂ ਵਾਲੇ ਖੇਡਾਂ ਖੇਡਦੇ ਹੋਣਗੇ। ਕਹਿਣ ਲੱਗੇ, ਮਾਂ ਜੇ ਤੂੰ ਇਹ ਚਾਹਨੀ ਹੈ ਨਾ, ਤੇ ਲੈ ਫਿਰ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ। ਤੇਰਾ ਪੁੱਤਰ ਸ਼ਹੀਦ ਹੋਏਗਾ, ਘੋੜੀ 'ਤੇ ਚੜ੍ਹਿਆ ਰਹੇਗਾ। ਤੇ ਘੋੜੀ ਉਸਨੇ ਬਚਨ ਕੀਤਾ। ਕਹਿਣ ਲੱਗੇ, ਘੋੜੀ 'ਤੇ ਚੜ੍ਹਿਆ ਚੜ੍ਹਾਇਆ ਸ਼ਹੀਦ ਹੋ ਕੇ ਘਰ ਮੁੜੇਗਾ। ਘਰ ਆਵਾਂਗਾ ਤੇ ਘੋੜੀ ਰੋਵੇਗੀ, ਤੇ ਉਦੋਂ ਤੇਰਾ ਪੁੱਤਰ ਵੀ ਤੇਰੇ ਕੋਲ ਹੋਏਗਾ ਤੇ ਘੋੜੀ ਵੀ ਤੇਰੇ ਕੋਲ ਹੋਏਗੀ। ਹੋ ਸਕਦਾ ਘੋੜੀ ਬੈਰਾਗ ਵਿੱਚ ਆ ਕੇ ਉਹੀ ਪ੍ਰਾਣ ਤਿਆਗ ਜਾਵੇ। ਉਹ ਕੱਲਾ ਜਾ ਕੇ ਟਾਕਰਾ ਕਰਦਾ ਏ। ਆਵਾਜ਼ ਦਿੱਤੀ, ਕੁਝ ਹੋਰ ਵੀ ਉਹਦੇ ਨਾਲ ਇਹੋ ਜਿਹੇ ਰੱਬ ਦੇ ਪਿਆਰੇ ਰਲੇ। ਕਾਫੀ ਬੱਚੀਆਂ ਵੀ ਛੁਡਾਈਆਂ। ਉਹਨਾਂ ਦੁਸ਼ਮਣਾਂ ਦੇ ਅਨੇਕਾਂ ਬੰਦਿਆਂ ਨੂੰ ਮੌਤ ਦੇ ਘਾਟ ਉਤਾਰਿਆ। ਗੋਲੀ ਲੱਗੀ, ਸ਼ਹੀਦ ਹੋ ਗਿਆ। ਉੱਪਰ ਹੀ ਘੋੜੀ ਦੇ ਇੱਕ ਪਾਸੇ ਸਿਰ ਇਹਦਾ ਲਟਕਿਆ। ਘੋੜੀ ਨੇ ਵੇਖਿਆ ਵੀ ਮੇਰਾ ਸਰਦਾਰ, ਇਹਦੇ ਪ੍ਰਾਣ ਨਿਕਲ ਚੁੱਕੇ ਨੇ। ਘੋੜੀ ਉੱਥੋਂ ਦੌੜਦੀ ਹੈ। ਕਿਸ ਢੰਗ ਨਾਲ ਉਸ ਲਾਸ਼ ਨੂੰ ਉਸ ਨੇ ਸੰਭਾਲ ਕੇ ਰੱਖਿਆ ਹੈ। ਕਰਾਮਾਤਾਂ ਨੇ, ਪ੍ਰਤੱਖ ਨੇ, ਗੁਰੂ ਕੇ ਪਿਆਰੇ ਉਹਦੇ ਭਰੋਸੇ ਉਹਦੀਆਂ ਬਖਸ਼ਾਂ ਦਾ ਪ੍ਰਗਟਾਵਾ ਏ। ਘੋੜੀ ਘਰ ਪਹੁੰਚਦੀ ਹੈ। ਪਹੁੰਚੀ ਜਦੋਂ ਮਾਂ ਉਡੀਕ ਕਰੀ, ਘੋੜੀ 'ਤੇ ਸਵਾਰ ਦੇਖਿਆ। ਜਦੋਂ ਪੁੱਤਰ ਨੂੰ ਲਾਇਆ, ਉਹਦੇ 'ਚ ਪ੍ਰਾਣ ਨਹੀਂ ਖਾਨ, ਪਰ ਉਹਦੇ ਅੰਦਰੋਂ ਅਜੇ ਵੀ ਗੁਰੂ ਤੇ ਪਿਆਰ ਦੀ ਖੁਸ਼ਬੂ ਆ ਰਹੀ। ਘੋੜੀ ਬਹੁਤ ਰੋਈ, ਪ੍ਰਾਣ ਤਿਆਗ ਗਏ। ਮੇਰੇ ਕਹਿਣ ਤੋਂ ਮੁਰਾਦ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਬਚਨ ਕਰ ਰਹੇ ਨੇ ਨਾ, ਭਈ ਨਾਨਕ ਸਭ ਕੁਛ ਤੁਮਰੇ ਖਾਤ ਮੈਂ ਤੁਮ ਕੀ ਖੋਜ ਸਕਾਏ। ਉਹਦੇ ਹੱਥਾਂ ਵੱਲ ਤੱਕੀਏ ਪਿਆਰਿਓ, ਉਹ ਕੀ ਨਹੀਂ ਦੇ ਸਕਦਾ। ਜੇ ਗਰੀਬੀ ਹੈ, ਉਹਦੇ ਹੱਥਾਂ ਵੱਲ ਤੱਕੋ। ਸਤਿਗੁਰੂ ਕਹਿੰਦੇ ਗਰੀਬੀ ਨੂੰ ਅਮੀਰੀ ਵਿੱਚ ਬਦਲੇਗਾ। ਰੋਗੀਆਂ ਨਹੀਂ ਖੱਟਦੇ, ਡਾਕਟਰ ਜਵਾਬ ਦਿੰਦੇ, ਉਹਦੇ ਹੱਥਾਂ ਵੱਲ ਤੱਕੋ, ਉਹ ਰੋਗ ਨਿਵਾਰਨ। ਪੜ੍ਹਦੇ ਆ ਨਾ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪੈਰ ਆਰਾਧਿਐ, ਪੂਰਨ ਸਤਿਗੁਰ ਗਿਆਨ। ਸਤਿਗੁਰੂ ਜੀ ਕਹਿੰਦੇ, ਪਰ ਉਹਦੇ ਹੱਥਾਂ ਵੱਲ ਤੱਕ। ਹਾਂ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹੇ ਅਗਾਏ, ਬੌਰ ਨ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਹੀਂ ਖਾਤ। ਮਨੁੱਖ ਦੇ ਹੱਥ ਵੱਲ ਨਾ ਕਦੇ ਤੱਕੀਏ, ਪਰਮੇਸ਼ਰ ਦੇ ਹੱਥ ਵੱਲ ਤੱਕੀਏ। ਜਦੋਂ ਉਹਦੀ ਨਿਗਾਹ ਸਵੱਲੀ ਹੋਵੇ। ਹੱਥ ਵੱਲ ਤੱਕਣ ਤੋਂ ਮੁਰਾਦ ਇਹ ਨਹੀਂ ਵੀ ਅਰਦਾਸ ਕੇਵਲ ਕਰੀਏ ਤੇ ਜੀਵਨ ਉਸੇ ਤਰ੍ਹਾਂ ਨਹੀਂ, ਲੜ ਪਕੜੀਏ ਸਤਿਗੁਰੂ ਜੀ ਦਾ। ਉਹਦਾ ਇੱਕ ਇੱਕ ਬਚਨ ਮੰਨਣਾ, ਉਹਦੀ ਓਟ ਤੱਕਣੀ ਹੈ। ਪਿਆਰਿਓ, ਨਾਮ ਨਾਲ ਜੁੜਨਾ, ਉਹਦੇ 'ਤੇ ਭਰੋਸਾ ਕਰਨਾ। ਸਤਿਗੁਰੂ ਜੀ ਕਹਿੰਦੇ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ। ਉਹ ਕੱਚ ਤੋਂ ਕੰਚਨ ਬਣਾ ਦਿੰਦਾ ਜੀ। ਉਹਦੇ ਸੁਭਾਅ ਹੈ, ਜੇਕਰ ਗੁਰੂ ਕਾ ਸ਼ਬਦ ਸੁਣੀਏ। ਬਿਖ ਤੇ ਅੰਮ੍ਰਿਤ ਖੋਇਓ, ਨਾਮ ਸਤਿਗੁਰ ਮੁਖ ਪਣਿਓ, ਜ਼ਹਿਰ ਦਾ ਅੰਮ੍ਰਿਤ ਬਣਾਣਾ। ਜਿਸ ਮੁਖ ਤੋਂ ਸਤਿਗੁਰੂ ਜੀ ਦਾ ਨਾਮ ਕੋਈ ਲਵੇ, ਲੋਕੋ ਖੋਇਓ ਲਾਲ ਨਦਰ, ਜਦ ਸਤਿਗੁਰ ਧਾਰੈ। ਉਹਦੀ ਨਦਰ ਦੇ ਪਾਤਰ ਬਣੀਏ, ਲੋਹੇ ਤੋਂ ਲਾਲ ਬਣਾ ਦਿੰਦਾ। ਪਾਹਣ ਮਾਨ ਕਰੈ ਗਿਆਨ, ਗੁਰ ਕਹਿਓ ਵਿਚਾਰੈ। ਪੱਥਰਾਂ ਤੋਂ ਕੀਮਤੀ ਰਤਨ ਤੇ ਮੋਤੀ ਬਣਾ ਦਿੰਦਾ ਜੀ। ਕਾਠੋ ਸ੍ਰੀਖੰਡ ਸਤਿਗੁਰ ਕੀਓ, ਦੁੱਖ ਦਰਿਤਰ ਤਿਨ ਕੇ ਗਏ।
ਆਮ ਲੱਕੜ ਨੂੰ ਚੰਦਨ ਵਰਗੀ ਲੱਕੜ ਬਣਾ ਕੇ ਕੀਮਤੀ ਬਣਾ ਦਿੰਦਾ। ਸਤਿਗੁਰ ਚਰਨ, ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਪੈ। ਕਹਿੰਦੇ ਉਹ ਮੇਰੇ ਸਤਿਗੁਰੂ ਦੇ ਚਰਨਾਂ ਨੂੰ ਪਰਸੋ ਤਾਂ ਸਹੀ, ਪਸ਼ੂਆਂ ਪ੍ਰੇਤਾਂ ਤੋਂ ਉਹ ਦੇਵਤੇ ਬਣਾ ਦਿੰਦੇ ਹਨ। ਪਸ਼ੂ ਪ੍ਰੇਤਾਂ ਤੋਂ ਮਨੁੱਖ ਤੇ ਦੇਵਤੇ ਬਣਾ ਦਿੰਦੇ ਨੇ। ਇਹ ਬਰਕਤਾਂ ਨੇ ਪਿਆਰਿਓ, ਜੇ ਸਾਡੇ ਸਾਹਮਣੇ ਸਦਾ ਹੀ ਇਹ ਗੁਰੂ ਕੇ ਬਚਨ ਰਹਿਣ ਭਈ ਉਹਦੇ ਘਰ ਅੰਦਰ ਸਭੋ ਕੁਛ ਹੈ, ਅਤੇ ਆਪਣੇ ਕੋਲ ਗਰੀਬੀ ਦਾ ਦੁੱਖ ਵੀ ਕਦੇ ਡੋਲਾਂਗੇ ਨਹੀਂ। ਬਾਣੀ ਵੱਧ ਪੜਾਂਗੇ, ਨਾਮ ਜਪਾਂਗੇ। ਜੇਕਰ ਕੋਈ ਸਰੀਰਕ ਦੁੱਖ ਹੈ ਤਾਂ ਫਿਰ ਵੀ ਉਹਦੇ ਵੱਲ ਵੀ ਉਹਦੇ ਘਰ ਸੁੱਖ ਜ਼ਰੂਰ ਮਿਲੇਗਾ। ਤੁਰ ਪਈ ਉਹਦੇ ਘਰੋਂ ਜ਼ਰੂਰ ਅਵਸ਼ ਮਿਲੇਗਾ ਹੀ। ਕੁਛ ਵੀ ਚਾਹੀਦਾ ਉਹਦੇ ਘਰ ਮੌਜੂਦ ਹੈ। ਲੋੜ ਹੈ ਕੇਵਲ ਉਹਦੇ ਚਰਨਾਂ ਨਾਲ ਪਿਆਰ ਕਰਨ ਦੀ, ਉਹਦੇ 'ਤੇ ਭਰੋਸਾ ਕਰਨ ਦੀ ਅਤੇ ਸਤਿਗੁਰੂ ਕੇ ਬਚਨ ਕਮਾਉਣ ਦੀ। ਨਾਵੇਂ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਭਾਈ। ਆਓ ਉਹਦੇ ਬਲ ਨਾਲ ਅਸੀਂ ਜੀਵੀਏ, ਉਹਦੀਆਂ ਸਿਆਣਪਾਂ ਨਾਲ ਅਸੀਂ ਜ਼ਿੰਦਗੀ 'ਚ ਆਪਣੇ ਆਪ ਨੂੰ ਤੋਰੀਏ। ਫਿਰ ਸਦਾ ਹੀ ਸਾਡਾ ਲੋਕ ਪਰਲੋਕ ਸੁਖੇਲਾ ਹੋਏਗਾ। ਇੰਨੇ ਬਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।